ਅਕਾਲ जी ਸਾਰਿਆਂ ਦਾ ਬਹੁਤ ਵੈਲਕਮ ਹੈ JKM ਇੰਸਟੀਚਿਊਟ ਦੇ YouTube ਚੈਨਲ ਤੇ। ਮੇਰਾ ਨਾਮ ਹੈ ਜਸਪ੍ਰੀਤ ਤੇ ਅਸੀਂ ਕਰ ਰਹੇ ਹਾਂ ਪੰਜਾਬੀ ਦੀ ਲੈਕਚਰ ਲੜੀ। ਅੱਜ ਅਸੀਂ ਵੰਗੀ ਕਿਤਾਬ ਚੋਂ ਚੈਪਟਰ ਨੰਬਰ 3 ਕਰਾਂਗੇ ਜਿਸ ਦਾ ਨਾਮ ਹੈ ਧਰਤੀ ਹੇਠਲਾ ਬਲਦ। ਅਤੇ ਇਹ ਜਿਹੜਾ ਚੈਪਟਰ ਹੈ ਲਿਖਿਆ ਹੈ ਕੁਲਵੰਤ ਸਿੰਘ ਵਿਰਕ ਨੇ। ਇਹ ਚੈਪਟਰ ਟੋਟਲ 15 ਪੈਰਾਗ੍ਰਾਫ ਵਿੱਚ ਡਿਵਾਈਡਡ ਹੈ और असी इस वीडियो विच सार करांगे इस चैप्टर का। सब तो पहले मैं थोड़ी जी इंट्रोडक्शन दे देनी हाँ कि यह चैप्टर मिलटरी ते बेस्ड है। ये चैप्टर थोड़ा जा सैड एंडिंग वाला है। अते धरती हेठला बलद दा की मतलब है, ये एक माइथोलॉजी है कि एक कछुआ है, उस दे उत्ते एक बलद यानी बैल है ते जिहड़ा बैल है उहदे सिंग उत्ते धरती है। ਇਹ ਇੱਕ ਮਾਈਥੋਲੋਜੀ ਹੈ। ਓਬਵੀਅਸਲੀ ਸਾਇੰਸ ਇਸ ਨੂੰ ਨਹੀਂ ਮੰਨਦੀ ਤੇ ਕਹਿੰਦੇ ਨੇ ਕਿ ਜਦ ਬਲਦ ਇੱਕ ਸਿੰਗ ਉਹਦਾ ਥੱਕ ਜਾਂਦਾ ਹੈ ਤੇ ਉਹ ਸ਼ਿਫਟ ਕਰਦਾ ਆਪਣੇ ਇੱਕ ਸਿੰਗ ਤੋਂ ਧਰਤੀ ਦੂਜੇ ਸਿੰਗ ਤੇ ਤਦ ਜਿਹੜਾ ਧਰਤੀ ਤੇ ਭੂਕੰਪ ਆਉਂਦਾ। ਸੋ ਇਹ ਚੈਪਟਰ ਦਾ ਟਾਈਟਲ ਹੈ ਧਰਤੀ ਹੇਠਲਾ ਬਲਦ। ਜਿਨ੍ਹਾਂ ਨੂੰ ਨਹੀਂ ਪਤਾ, ਪੜ੍ਹਨਾ ਸ਼ੁਰੂ ਕਰਦੇ ਹਾਂ। ਕਹਾਣੀ 'ਚ ਟੋਟਲ 2 ਕਰੈਕਟਰ ਨੇ। ਵੈਸੇ ਤੇ ਬਹੁਤ ਸਾਰੇ ਕਰੈਕਟਰ ਨੇ, ਮਾਨ ਸਿੰਘ ਅਤੇ ਕਰਮ ਸਿੰਘ। ਮਾਨ ਸਿੰਘ ਅਤੇ ਕਰਮ ਸਿੰਘ ਮਿਲਟਰੀ ਦੇ ਫਰੈਂਡਸ ਨੇ ਅਤੇ ਮਾਨ ਸਿੰਘ ਨੂੰ ਜਿਹੜਾ ਨਾ ਛੁੱਟੀ ਮਿਲੀ ਹੋਈ ਹੈ ਔਰ ਉਹ ਘਰ ਜਾਂਦਾ ਹੈ, ਬਟ ਉਹਦੀ ਛੁੱਟੀ ਖਤਮ ਹੋਣ ਵਾਲੀ ਹੁੰਦੀ ਹੈ ਤੇ ਉਹ ਆਪਣੇ ਫਰੈਂਡ ਯਾਨੀ ਕਰਮ ਸਿੰਘ ਦੇ ਪਿੰਡ ਚਲਾ ਜਾਂਦਾ ਹੈ ਤੇ ਉੱਥੇ ਜਾ ਕੇ ਕੀ ਕੁਝ ਹੁੰਦਾ ਹੈ ਉਹ ਅਸੀਂ ਇਸ ਚੈਪਟਰ 'ਚ ਪੜਾਂਗੇ। ਧਰਤੀ ਹੇਠਲਾ ਬਲਦ ਕੁਲਵੰਤ ਸਿੰਘ ਵਿਰਕ ਦੀ ਲਿਖੀ ਕਹਾਣੀ ਹੈ। ਇਸ ਦਾ ਸਾਰ ਇਸ ਪ੍ਰਕਾਰ ਹੈ। ਫੌਜੀ ਆਇਆ, छुट्टी आई। फौजी मान सिंह टांगे ते अपने फौजी दोस्त करम सिंह दे पिंड ठट्टी खारा जो अमृतसर दे नेड़े सी जा रहा सी। छुट्टी आउण समय करम सिंह ने मान सिंह नूं कहा सी कि ਉਹ ਉਹਨਾਂ ਦੇ ਪਿੰਡ ਵੀ ਹੁੰਦਾ ਆਵੇ ਅਤੇ ਤਰਨ ਤਾਰਨ, ਖਡੂਰ ਸਾਹਿਬ ਅਤੇ ਗੋਬਿੰਦਵਾਲ ਸਾਹਿਬ ਦੇ ਗੁਰਦੁਆਰਿਆਂ ਵਿੱਚ ਮੱਥਾ ਵੀ ਟੇਕ ਆਵੇ। ਮਾਨ ਸਿੰਘ ਤੇ ਕਰਮ ਸਿੰਘ ਦੋਵੇਂ ਹੀ ਇੱਕੋ ਬਟਾਲੀਅਨ ਵਿੱਚ ਬਰਮਾ ਫਰੰਟ ਤੇ ਲੜ ਰਹੇ ਸਨ। ਲੜਾਈ ਲੜੀ ਹੋਈ ਹੈ ਬਰਮਾ ਫਰੰਟ ਤੇ ਮਾਨ ਸਿੰਘ ਨੂੰ ਜਿਹੜਾ ਛੁੱਟੀ ਮਿਲ ਜਾਂਦੀ ਹੈ ਤੇ ਕਰਮ ਸਿੰਘ ਉਹਨੂੰ ਕਹਿੰਦਾ ਕਿ ਤੂੰ ਮੇਰੇ ਪਿੰਡ ਵੀ ਹੋ ਆਈ, ਗੋਬਿੰਦਵਾਲ ਸਾਹਿਬ ਵੀ ਹੋ ਆਈ ਔਰ ਤਰਨ ਤਾਰਨ ਵੀ ਮੱਥਾ ਟੇਕ ਆਈ ਤੇ ਮੇਰੇ ਪਿੰਡ ਵੀ ਹੋ ਆਈ। ਮੈਂ ਇਹਨੂੰ ਛੁੱਟੀ ਨਹੀਂ ਮਿਲੀ, ਮੈਂ ਨਹੀਂ ਜਾ ਸਕਦਾ, ਬਟ ਤੂੰ ਚਲਾ ਜਾਈ। ਮਾਨ ਸਿੰਘ ਨੇ ਕਰਮ ਸਿੰਘ ਦੇ ਘਰ ਆ ਕੇ ਡਿਓੜੀ ਵਿੱਚ ਬੈਠੇ ਬਾਬੇ ਨੂੰ ਦੱਸਿਆ ਕਿ ਉਹ ਚੂੜੇ ਕਾਣੇ ਤੋਂ ਮਾਨ ਸਿੰਘ ਹੈ। ਬਾਬੇ ਚੂੜੇ ਕਾਣੇ ਮਤਲਬ ਉਹਦੇ ਪਿੰਡ ਦਾ ਨਾਮ ਹੈ ਚੂੜੇ ਕਾਣੇ ਤੋਂ ਮਾਨ ਸਿੰਘ ਹੈ। ਬਾਬੇ ਨੇ ਮਾਨ ਸਿੰਘ ਨੂੰ ਜੀ ਆਇਆਂ ਨੂੰ ਕਹਿੰਦਿਆਂ ਬੈਠਣ ਲਈ ਕਿਹਾ। ਮਾਨ ਸਿੰਘ ਤੇ ਆਉਣ ਤੇ ਬਾਬਾ ਕੁਝ ਔਖਾ ਜਿਹਾ ਲੱਗ ਰਿਹਾ ਸੀ। ਮਾਨ ਸਿੰਘ ਨੂੰ ਆਪਣੀ ਇਸ ਆਓ ਭਗਤ ਤੇ ਹੈਰਾਨੀ ਹੋਈ। ਯਾਨੀ ਉਹਨੂੰ ਲੱਗਿਆ ਕਿ ਜਿਵੇਂ ਅੰਮ੍ਰਿਤਸਰ ਦੇ ਮਾਝੇ ਦੇ ਲੋਕ ਨੇ, ਕਿ ਮਾਝੇ ਦੇ ਲੋਕ ਕਿਵੇਂ ਦੇ ਨੇ, ਮੇਰੀ ਕੋਈ ਆਓ ਭਗਤ ਨਹੀਂ ਹੈ ਇਸ ਕਰਮ ਸਿੰਘ ਦੀ ਆਪਣੇ ਘਰ 'ਚ ਨਹੀਂ ਹੈ। ਮਤਲਬ ਬਾਬੇ ਨੇ ਮੈਨੂੰ ਜੀ ਆਇਆ ਤੇ ਕਹਿਤਾ ਬਟ ਮੇਰੀ ਕੋਈ ਆਓ ਭਗਤ ਨਹੀਂ ਹੋ ਰਹੀ ਹੈ। ਉਸਨੇ ਬਾਬੇ ਨੂੰ ਪੁੱਛਿਆ ਕਿ ਉਹ ਮਾਨ ਸਿੰਘ ਦਾ ਬਾਪ ਹੈ। ਬਾਬੇ ਨੇ ਹਾਂ ਵਿੱਚ ਜਵਾਬ ਦਿੱਤਾ। ਬਾਬੇ ਨੇ ਅੰਦਰ ਜਾ ਕੇ ਮਾਨ ਸਿੰਘ ਨੂੰ ਮਾਨ ਸਿੰਘ ਦੇ ਆਉਣ ਬਾਰੇ ਦੱਸਿਆ ਤੇ ਚੌਲ ਲਿਆਉਣ ਲਈ ਕਿਹਾ। ਉਹ ਮਾਨ ਦੇ ਡਿਓਰੀ ਵਿੱਚ ਆਉਣ ਤੋਂ ਡਰਦਾ ਸੀ ਪਰੰਤੂ ਡਿਓਰੀ ਵਿੱਚ ਹੀ ਆ ਗਿਆ। ਯਾਨੀ ਉਹ ਅੰਦਰ ਜਾਂਦਾ ਹੈ, ਚਾਹ ਬਣਨ ਵਾਸਤੇ ਬੋਲਦਾ ਹੈ, ਫਿਰ ਆ ਕੇ ਡਿਓਰੀ ਤੇ ਬੈਠ ਜਾਂਦਾ ਹੈ। ਬਟ ਅਗੇਨ ਜਿਹੜਾ ਬਾਬਾ ਹੈ ਯਾਨੀ ਕਰਮ ਸਿੰਘ ਦਾ ਪਿਓ, ਉਹ ਅਜੀਬ ਬਿਹੇਵ ਕਰ ਰਿਹਾ ਹੈ ਤੇ ਮਾਨ ਸਿੰਘ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਇੰਝ ਕਿਉਂ ਬਿਹੇਵ ਕਰ ਰਿਹਾ। ਮਾਨ ਸਿੰਘ ਨੇ ਕਰਮ ਸਿੰਘ ਦੇ ਛੋਟੇ ਭਰਾ ਜਸਵੰਤ ਸਿੰਘ ਬਾਰੇ ਪੁੱਛਿਆ। ਇੱਕ ਹੋਰ ਕਰੈਕਟਰ ਆ ਜਾਂਦਾ ਜਿਸ ਦਾ ਨਾਮ ਹੈ ਜਸਵੰਤ ਸਿੰਘ, ਜੋ ਕਿ ਸਾਡਾ ਕਰਮ ਸਿੰਘ ਦਾ ਭਰਾ ਹੈ। ਠੀਕ ਹੈ, ਕਿ ਕਿਹਾ ਕਿ ਉਹ ਚਰੀ ਦੀ ਗੱਡੀ ਲੈ ਕੇ ਹੁਣੇ ਆ ਜਾਵੇਗਾ। ਮਾਨ ਸਿੰਘ ਨੇ ਚਾਹ ਲੈ ਕੇ ਆਈ ਬੇਬੇ ਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਉਸ ਵੱਲ ਹੱਸਦੀਆਂ ਅੱਖਾਂ ਨਾਲ ਦੇਖਿਆ। ਉਸਨੇ ਬੇਬੇ ਤੋਂ ਚਾਹ ਵਾਲੀ ਗੜਵੀ ਤੇ ਕੋਲੀ ਫੜ ਲਈ ਅਤੇ ਬੇਬੇ ਵਾਪਸ ਚਲੀ ਗਈ। ਮਾਨ ਸਿੰਘ ਨੇ ਫੈਸਲਾ ਕੀਤਾ ਕਿ ਉਹ ਇੱਕ ਰਾਤ ਰਹਿ ਕੇ ਵਾਪਸ ਚਲਾ ਜਾਵੇਗਾ। ਯਾਨੀ ਜਿਹੜੀ ਬੇਬੇ ਹੈ ਉਹ ਵੀ ਢੰਗ ਨਾਲ ਬਿਹੇਵ ਨਹੀਂ ਕਰਦੀ ਤੇ ਉਹ ਕਹਿੰਦਾ ਯਾਰ ਮੈਂ ਤੇ ਇੱਥੇ ਇੱਕ ਰਾਤ ਰੁਕ ਕੇ ਚਲਾ ਜਾਵਾਂਗਾ। ਇਹ ਲੋਕ ਤੇ ਪਤਾ ਨਹੀਂ ਕਿਉਂ ਇੰਨਾ ਔਖਾ ਬਿਹੇਵ ਕਰ ਰਹੇ ਨੇ। ਰਾਤ ਨੂੰ ਜਸਵੰਤ ਸਿੰਘ ਦੇ ਆਉਣ ਤੇ ਇਸ ਰੌਣਕ ਵਿੱਚ ਕੁਝ ਖੁੱਲੀਆਂ ਗੱਲਾਂ ਬਾਤਾਂ ਹੋਣ ਲੱਗੀਆਂ। ਯਾਨੀ ਰਾਤੀ ਸਾਰਾ ਪਰਿਵਾਰ ਇਕੱਠਾ ਹੁੰਦਾ ਹੈ, ਜਸਵੰਤ ਸਿੰਘ ਵੀ ਖੇਤੋਂ ਵਾਪਸ ਆ ਜਾਂਦਾ ਹੈ ਤੇ ਥੋੜਾ ਹਸੀ ਮਜ਼ਾਕ ਹੁੰਦਾ ਹੈ।
ਮਾਨ ਸਿੰਘ ਨੇ ਦੱਸਿਆ ਕਿ ਬਰਮਾ ਦੀ ਲੜਾਈ ਵਿੱਚ ਕਰਮ ਸਿੰਘ ਦੀ ਗੋਲੀ ਬਹੁਤ ਪ੍ਰਸਿੱਧ ਹੈ। ਮਾਨ ਸਿੰਘ ਨੂੰ ਉਮੀਦਾਂ ਸੀ ਕਿ ਉਹ ਘਰ ਵਾਲੇ ਬਹੁਤ ਸਾਰੀਆਂ ਗੱਲਾਂ ਪੁੱਛਣਗੇ, ਪਰ ਇੱਥੇ ਤਾਂ ਇਸ ਗੱਲ ਦਾ ਕੋਈ ਸੁਣਨਾ ਵੀ ਨਹੀਂ ਚਾਹੁੰਦਾ ਸੀ। ਓਬਵੀਅਸਲੀ ਉਹਨਾਂ ਦਾ ਪੁੱਤਰ ਜਿਹੜਾ ਹੈ ਉਹ ਬਾਰਡਰ ਫਰੰਟ ਤੇ ਹੈ ਤੇ ਮਾਨ ਸਿੰਘ ਨੂੰ ਲੱਗਦਾ ਕਿ ਬਈ ਮੈਂ ਬਾਰਡਰ ਤੋਂ ਆਇਆ, ਓਬਵੀਅਸਲੀ ਫੈਮਿਲੀ ਮੇਰੇ ਬਾਰੇ ਆਪਣੇ ਪੁੱਤਰ ਬਾਰੇ ਪੁੱਛੇਗੀ ਤੇ ਉਹ ਦੱਸਦਾ ਕਿ ਉਹਦੀ ਗੋਲੀ ਬੜੀ ਮਸ਼ਹੂਰ ਹੈ, ਉਹ ਇੰਝ ਲੜਦਾ ਉਂਝ ਲੜਦਾ ਹੈ, ਬਟ ਉਹਦੀ ਗੱਲ ਨੂੰ ਉੱਥੇ ਕੋਈ ਵੀ ਸੀਰੀਅਸਲੀ ਲੈ ਨਹੀਂ ਰਿਹਾ। ਮਤਲਬ ਕੋਈ ਵੀ ਪੋਜ਼ਿਟਿਵ ਨਹੀਂ ਲੈ ਰਿਹਾ, ਕੋਈ ਇੰਟਰਸਟ ਨਹੀਂ ਦਿਖਾ ਰਿਹਾ, ਕੋਈ ਕਿਉਰਿਓਸਿਟੀ ਨਹੀਂ ਦਿਖਾ ਰਿਹਾ। ਬਾਬੇ ਦੇ ਪੁੱਛਣ ਤੇ ਜਸਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਪਾਣੀ ਦੀ ਵਾਰੀ ਪਰਸੋਂ ਸਵੇਰੇ 3 ਵਜੇ ਲੱਗਣੀ ਹੈ। ਮਾਨ ਸਿੰਘ ਨੇ ਕਿਹਾ ਕਿ ਫੌਜ ਵਿੱਚ ਭਰਤੀ ਹੋ ਕੇ ਕਰਮ ਸਿੰਘ ਪਹਿਰ ਰਾਤ ਉੱਠਦਾ ਹੈ ਤਾਂ ਬਚ ਗਿਆ ਹੈ। ਮਾਨ ਸਿੰਘ ਨੇ ਦੱਸਿਆ ਕਿ ਉਸਨੇ ਕਰਮ ਸਿੰਘ ਨੂੰ ਫੌਜ ਵਿੱਚ ਸਵੇਰੇ ਉੱਠਣ ਦਾ ਬਹੁਤ ਆਲਸ ਹੈ। ਯਾਨੀ ਉਹ ਦੱਸਦੇ ਨੇ ਕਿ ਪਿੰਡ ਦੀ ਉਹਨਾਂ ਦੀ ਪਾਣੀ ਦੇਣ ਦੀ ਵਾਰੀ ਹੈ, ਫਿਰ ਉਹ ਦੱਸਦੇ ਫੌਜ ਵਿੱਚੋਂ ਕਿੰਨੇ ਵਜੇ ਉੱਠਦਾ ਹੈ। ਮਤਲਬ ਮਾਨ ਸਿੰਘ ਕੰਟੀਨਿਊਸਲੀ ਕਰਮ ਸਿੰਘ ਦੀ ਫੈਮਿਲੀ ਨਾਲ ਇੰਟਰੈਕਸ਼ਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਉਹਨਾਂ ਦੇ ਪੁੱਤਰ ਬਾਰੇ ਗੱਲਾਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਬਟ ਸਾਹਮਣੇ ਕੋਈ ਰਿਸਪੌਂਸ ਨਹੀਂ ਆ ਰਿਹਾ। ਕਿਉਂ ਰਿਸਪੌਂਸ ਨਹੀਂ ਆ ਰਿਹਾ ਹੈ ਅੱਗੇ ਦੇਖਣ ਵਾਲਾ ਰਾਈਟਰ ਬਹੁਤ ਕਿਉਰਿਓਸਿਟੀ ਪੈਦਾ ਕਰ ਰਿਹਾ ਹੈ। ਰੋਟੀ ਲਈ ਉਹਨਾਂ ਕਾਫੀ ਉਚੇਚਾ ਕੀਤਾ ਹੋਇਆ ਸੀ। ਰੋਟੀ ਖਾਂਦੇ ਮਾਨ ਸਿੰਘ ਨੂੰ ਜਸਵੰਤ ਸਿੰਘ ਪੱਖਾ ਚੱਲ ਰਿਹਾ ਸੀ। ਮਾਨ ਸਿੰਘ ਦੇ ਦਿਲ ਵਿੱਚ ਇਹ ਖਿਆਲ ਨਿਕਲ ਗਿਆ ਕਿ ਘਰ ਵਾਲੇ ਉਸ ਵੱਲ ਧਿਆਨ ਨਹੀਂ ਦੇ ਰਹੇ। ਮਾਨ ਸਿੰਘ ਦੀ ਮੰਜੀ ਕੋਲ ਆਏ ਕਰਮ ਦੇ ਛੋਟੇ ਜਿਹੇ ਮੁੰਡੇ ਨੂੰ ਮਾਨ ਸਿੰਘ ਨੇ ਕੁੱਛੜ ਚੁੱਕ ਲਿਆ। ਹੁਣ ਕਰਮ ਸਿੰਘ ਦਾ ਮੁੰਡਾ ਵੀ ਹੈ, ਉਹਦੀ ਵੋਟੀ ਵੀ ਹੈ, ਵੋਟੀ ਬਾਰੇ ਜ਼ਿਕਰ ਨਹੀਂ ਹੈ, ਤੇ ਉਹਦਾ ਜਿਹੜਾ ਮੁੰਡਾ ਹੈ ਉਹ ਵੀ ਉਹਦੀ ਗੋਦੀ ਆ ਕੇ ਬੈਠ ਜਾਂਦਾ ਕਿ ਵੀ ਇਹ ਤੇ ਮੇਰੇ ਪਿਓ ਦਾ ਦੋਸਤ ਹੈ। ਤੇ ਉਸ ਨੂੰ ਕਹਿਣ ਲੱਗਾ ਕਿ ਜੇਕਰ ਉਸਨੇ ਆਪਣੇ ਬਾਪੂ ਕੋਲ ਚੜਨਾ ਹੈ ਤੇ ਉਸ ਨਾਲ ਚੱਲੇ। ਤੇ ਉਸ ਨੂੰ ਕਹਿੰਦਾ ਜੇ ਤੂੰ ਆਪਣੇ ਪਿਓ ਕੋਲ ਮਿਲਣ ਚੱਲਣਾ ਤੇ ਤੂੰ ਮੇਰੇ ਨਾਲ ਚੱਲ, ਮੈਂ ਤੈਨੂੰ ਲੈ ਚੱਲਦਾ ਉੱਥੇ। ਬਾਪੂ ਨੂੰ ਇਹ ਗੱਲ ਮੂਲ ਸੂਲ ਵਾਂਗ ਚੁੱਭੀ ਤੇ ਉਸ ਦੇ ਕਹਿਣ ਤੇ ਬਾਬੇ ਮੁੰਡੇ ਨੂੰ ਚੱਕ ਕੇ ਲੈ ਗਿਆ। ਤੇ ਬਾਬੇ ਨੂੰ ਇਹ ਗੱਲ ਬੜੀ ਚੁੱਭੀ ਤੇ ਉਹ ਛੋਟੇ ਬੱਚੇ ਨੂੰ ਉੱਥੋਂ ਚੁੱਕ ਕੇ ਲੈ ਗਿਆ। ਛੋਟਾ ਬੱਚਾ ਕੌਣ ਹੈ? ਕਰਮ ਸਿੰਘ ਦਾ ਮੁੰਡਾ। ਮਾਨ ਸਿੰਘ ਉਹਨੂੰ ਕੀ ਕਹਿੰਦਾ ਕਿ ਤੂੰ ਆਪਣੇ ਪਿਓ ਨੂੰ ਮਿਲਣਾ ਹੈ, ਆਪਣੇ ਪਿਓ ਨੂੰ ਮਿਲਣਾ ਤੇ ਤੂੰ ਮੇਰੇ ਨਾਲ ਚੱਲ, ਮੈਂ ਤੈਨੂੰ ਮਿਲਵਾ ਦਾਂਗਾ। ਬਟ ਬਾਪੂ ਨੂੰ ਇਹ ਗੱਲ ਬਹੁਤ ਚੁੱਭਦੀ ਹੈ। ਕਿਉਂ ਚੁੱਭਦੀ ਹੈ ਅੱਗੇ ਪੜਾਂਗੇ। ਮਾਨ ਸਿੰਘ ਨਾਲ ਤਰਨਤਾਰਨ ਗੁਰਦੁਆਰੇ ਮੱਥਾ ਟੇਕਣ ਲਈ ਜਾਂਦੇ ਸਮੇਂ ਜਸਵੰਤ ਸਿੰਘ ਨੂੰ ਕੁਝ ਕੁੱਟਿਆ ਜਿਹਾ ਹੀ ਰਿਹਾ। ਰਾਹ ਵਿੱਚ ਮਿਲਦੇ ਵਾਕਫ ਬੰਦਿਆਂ ਨੂੰ ਉਹ ਦੂਰੋਂ ਹੀ ਫਤਿਹ ਬੁਲਾ ਕੇ ਅੱਗਾ ਤੁਰ ਪੈਂਦਾ, ਪਰ ਮਾਨ ਸਿੰਘ ਦਾ ਜੀ ਕਰਦਾ ਸੀ ਕਿ ਉਹ ਆਪ ਰੁਕ ਕੇ ਲੋਕਾਂ ਨਾਲ ਗੱਲਾਂ ਬਾਤਾਂ ਕਰੇ। ਤਰਨਤਾਰਨ ਜਾਂਦੇ ਨੇ, ਜਸਵੰਤ ਸਿੰਘ ਜਿਹੜਾ ਨਾ ਉਹ ਜਾਂਦਾ ਹੈ ਉਹਨਾਂ ਦੇ ਨਾਲ, ਬਟ ਉਹ ਦੂਰੋਂ ਹੀ ਲੋਕਾਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਿਹਾ, ਫਤਿਹ ਬੁਲਾ ਰਿਹਾ, ਕਿਸੇ ਨਾਲ ਇੰਟਰੈਕਟ ਨਹੀਂ ਕਰ ਰਿਹਾ, ਰਿਜ਼ਰਵਡ ਰਹਿ ਰਿਹਾ। ਪਿੰਡ ਮੁੜ ਕੇ ਮਾਨ ਸਿੰਘ ਵਾਪਸ ਜਾਣ ਦੀਆਂ ਸਲਾਹਾਂ ਵਿੱਚ ਸੀ। ਅੰਮ੍ਰਿਤਸਰ ਤੋਂ ਰਾਤ ਦੀ ਗੱਡੀ ਫੜ ਕੇ ਉਹ ਸਵੇਰੇ ਪਿੰਡ ਪਹੁੰਚ ਸਕਦਾ ਸੀ। ਆਪੋ ਆਪਣੀ ਥਾਂ ਭਾਵੇਂ ਸਾਰਿਆਂ ਨੇ ਹੀ ਉਸ ਲਈ ਉਚੇਚਾ ਕੀਤਾ ਸੀ, ਪਰ ਉਸ ਨੂੰ ਇਸ ਫੇਰ ਦਾ ਆਸ ਤੋਂ ਬਹੁਤ ਘੱਟ ਸਵਾਦ ਆਇਆ। ਯਾਨੀ ਉਹਨੂੰ ਲੱਗਿਆ ਉਹਦੀ ਆਓ ਭਗਤ ਹੋਏਗੀ, ਬਟ ਫੈਮਿਲੀ ਨੇ ਸਹੀ ਤਰੀਕੇ ਨਾਲ ਬਿਹੇਵ ਨਹੀਂ ਕੀਤਾ। ਉਹ ਡਿਓਰੀ ਵਿੱਚ ਇਕੱਲਾ ਹੀ ਸੀ ਕਿ ਡਾਕੀਆ ਮੰਜੀ ਤੇ ਆਣ ਬੈਠਾ। ਪੋਸਟਮੈਨ ਆਂਦਾ ਤੇ ਉਹ ਆ ਕੇ ਡਿਓਰੀ ਵਿੱਚ ਮੰਜੀ ਤੇ ਬੈਠ ਜਾਂਦਾ। ਮਾਨ ਸਿੰਘ ਦੇ ਪੁੱਛਣ ਤੇ ਉਸਨੇ ਦੱਸਿਆ ਕਿ ਉਹ ਕਰਮ ਸਿੰਘ ਦੀ ਪੈਨਸ਼ਨ ਲੈ ਕੇ ਆਇਆ ਹੈ। ਮਾਨ ਸਿੰਘ ਪੁੱਛਦਾ ਕਿ ਡਾਕੀਆ ਤੂੰ ਕੀ ਲੈ ਕੇ ਆਇਆ ਹੈ? ਤੇ ਡਾਕੀਆ ਕਹਿੰਦਾ ਕਿ ਮੈਂ ਕਰਮ ਸਿੰਘ ਦੀ ਪੈਨਸ਼ਨ ਲੈ ਕੇ ਆਇਆ। ਪੈਨਸ਼ਨ ਕਿਹਦੀ ਹੁੰਦੀ ਹੈ? ਜੋ ਬੰਦਾ ਰਿਟਾਇਰ ਹੋ ਜਾਂਦਾ ਹੈ ਜਾਂ ਫੌਜ ਵਿੱਚ ਜਿਸ ਬੰਦੇ ਦੀ ਡੈਥ ਹੋ ਚੁੱਕੀ ਹੁੰਦੀ ਹੈ। ਡਾਕੀਏ ਤੋਂ ਕਰਮ ਸਿੰਘ ਦੇ ਸ਼ਹੀਦ ਹੋਣ ਬਾਰੇ ਜਾਣ ਕੇ ਮਾਨ ਸਿੰਘ ਨੂੰ ਬਹੁਤ ਦੁੱਖ ਹੋਇਆ। ਯਾਨੀ ਡਾਕੀਏ ਤੋਂ ਉਹਨੂੰ ਪਤਾ ਚੱਲਦਾ ਹੈ ਕਿ ਮਾਨ ਸਿੰਘ ਸ਼ਹੀਦ ਹੋ ਚੁੱਕਿਆ ਹੈ ਤੇ ਇਹ ਗੱਲ ਦਾ ਉਸਨੂੰ ਨਹੀਂ ਪਤਾ, ਔਰ ਸ਼ਾਇਦ ਇਹੀ ਰੀਜ਼ਨ ਹੈ ਕਿ ਉਹਦੀ ਫੈਮਿਲੀ ਇਸ ਤਰੀਕੇ ਨਾਲ ਬਿਹੇਵ ਕਰ ਰਹੀ ਹੈ। ਉਸ ਦੀਆਂ ਅੱਖਾਂ ਵਿੱਚ ਹੰਝੂ ਵਗਣ ਲੱਗੇ। ਡਾਕੀਏ ਨੂੰ ਬੈਠਾ ਦੇਖ ਕੇ ਬਾਪੂ ਇਹ ਸਮਝ ਗਿਆ ਕਿ ਕਰਮ ਸਿੰਘ ਦੇ ਸ਼ਹੀਦ ਹੋਣ ਦੀ ਗੱਲ ਲੁਕੀ ਨਹੀਂ ਰਹੀ। ਜਦ ਬਾਪੂ ਆਂਦਾ ਹੈ ਉਹ ਦੇਖਦਾ ਹੈ ਕਿ ਡਾਕੀਆ ਬੈਠਾ ਹੋਇਆ ਹੈ ਤੇ ਮਾਨ ਸਿੰਘ ਦਾ ਮੂੰਹ ਥੱਲੇ ਹੈ, ਉਹ ਰੋਂਦਾ ਪਿਆ ਹੈ, ਤੇ ਬਾਪੂ ਨੂੰ ਸਮਝ ਆ ਜਾਂਦਾ ਹੈ ਕਿ ਮਾਨ ਸਿੰਘ ਨੂੰ ਪਤਾ ਚੱਲ ਗਿਆ ਕਿ ਕਰਮ ਸਿੰਘ ਸ਼ਹੀਦ ਹੋ ਚੁੱਕਿਆ ਹੈ। ਬਾਪੂ ਅਤੇ ਮਾਨ ਸਿੰਘ ਦੀਆਂ ਅੱਖਾਂ ਵਿੱਚ ਕਾਫੀ ਦੇਰ ਤੱਕ ਹੰਝੂ ਵਗਦੇ ਰਹੇ। ਇਹ ਸਭ ਦੇਖ ਕੇ ਬਾਪੂ ਵੀ ਇਮੋਸ਼ਨਲ ਹੋ ਜਾਂਦਾ ਹੈ ਤੇ ਉਹ ਰੋਣ ਲੱਗ ਪੈਂਦੇ ਨੇ। ਮਾਨ ਸਿੰਘ ਨੇ ਕਿਹਾ ਕਿ ਉਹਨਾਂ ਉਸ ਦੇ ਆਉਣ ਨੂੰ ਹੀ ਕਿਉਂ ਨਹੀਂ ਦੱਸਿਆ।
ਉਹਨੂੰ ਕਹਿੰਦਾ ਕਿ ਮੈਂ ਜਦ ਆਇਆ ਤੁਸੀਂ ਮੈਨੂੰ ਤਦ ਹੀ ਕਿਉਂ ਨਹੀਂ ਦੱਸਿਆ ਕਿ ਮੈਂ ਜਿਸ ਆਪਣੇ ਦੋਸਤ ਦੇ ਘਰ ਆ ਰਿਹਾ ਉਹ ਦੋਸਤ ਤੇ ਮੇਰਾ ਸ਼ਹੀਦ ਹੋ ਗਿਆ। ਬਾਪੂ ਨੇ ਕਿਹਾ ਕਿ ਉਹਨਾਂ ਮਾਨ ਸਿੰਘ ਦੀ ਛੁੱਟੀ ਖਰਾਬ ਹੋਣ ਦੇ ਡਰੋਂ ਇਹ ਗੱਲ ਲੁਕਾਈ ਰੱਖੀ। ਉਹ ਕਹਿੰਦੇ ਨੇ ਸਾਨੂੰ ਡਰ ਸੀ ਕਿ ਤੇਰੀ ਛੁੱਟੀ ਖਰਾਬ ਹੋ ਜਾਏਗੀ, ਕਿਉਂਕਿ ਫੌਜੀਆਂ ਨੂੰ ਛੁੱਟੀ ਨਹੀਂ ਮਿਲਦੀ। ਤੁਸੀਂ ਕੋਈ ਨੌਕਰੀ ਕਰੋਗੇ, ਸੈਟਰਡੇ ਸੰਡੇ ਤੁਹਾਨੂੰ ਛੁੱਟੀ ਮਿਲੇਗੀ ਜਾਂ ਕੋਈ ਵੀਕਡੇ ਤੁਹਾਨੂੰ ਆਫ ਮਿਲੇਗਾ, ਬਟ ਫੌਜੀਆਂ ਦੀ ਕੋਈ ਛੁੱਟੀ ਨਹੀਂ ਹੁੰਦੀ। ਅਤੇ ਫੌਜੀਆਂ ਨੂੰ ਆਪਣੀ ਛੁੱਟੀ ਬਹੁਤ ਪਿਆਰੀ ਹੁੰਦੀ, ਕਿਉਂਕਿ ਉਹ ਆਪਣੇ ਪਿੰਡ ਆਉਂਦੇ ਨੇ, ਆਪਣੇ ਮਾਪਿਆਂ ਨੂੰ ਮਿਲਦੇ ਨੇ, ਆਪਣੇ ਬੱਚਿਆਂ ਨੂੰ ਮਿਲਦੇ ਨੇ, ਆਪਣੀ ਵੋਟੀ ਨੂੰ ਮਿਲਦੇ ਨੇ। ਤੇ ਉਹ ਕਹਿੰਦੇ ਮੈਂ ਨਹੀਂ ਚਾਹੁੰਦਾ ਸੀ ਕਿ ਤੇਰੀ ਛੁੱਟੀਆਂ ਖਰਾਬ ਹੋਣ, ਇਸ ਲਈ ਮੈਂ ਇਹ ਗੱਲ ਤੇਰੇ ਤੋਂ ਲੁਕਾਈ। ਉਹ ਜਾਣਦੇ ਸਨ ਕਿ ਫੌਜੀ ਨੂੰ ਛੁੱਟੀ ਬਹੁਤ ਪਿਆਰੀ ਹੁੰਦੀ ਹੈ। ਮਾਨ ਸਿੰਘ ਨੇ ਸੁਣਿਆ ਸੀ ਇੱਕ ਧੌਲ ਬਲਦ ਹੈ ਜੋ ਆਪਣੇ ਸਿੰਘਾਂ ਤੇ ਸਾਰੀ ਧਰਤੀ ਦਾ ਭਾਰ ਚੁੱਕ ਕੇ ਖੜਾ ਰਹਿੰਦਾ ਹੈ। ਚੈਪਟਰ ਖਤਮ, ਟਾਈਟਲ ਤੇ ਆ ਜਾਂਦੇ ਆ। ਮਾਨ ਸਿੰਘ ਨੂੰ ਲੱਗਦਾ ਹੈ ਕਿ ਇੱਕ ਬਲਦ ਹੈ ਜੋ ਸਾਰੀ ਧਰਤੀ ਦਾ ਭਾਰ ਆਪਣੇ ਇੱਕ ਸਿੰਘ ਤੇ ਚੁੱਕ ਕੇ ਖੜਾ ਹੈ। ਮਾਨ ਸਿੰਘ ਨੂੰ ਇਸੇ ਤਰ੍ਹਾਂ ਲੱਗਾ ਕਿ ਕਰਮ ਸਿੰਘ ਦਾ ਪਿਤਾ ਯਾਨੀ ਬਾਪੂ ਉਹ ਧੌਲ ਸੀ ਜੋ ਭਾਰ ਹੇਠਾਂ ਦੱਬਿਆ ਹੋਣ ਤੇ ਵੀ ਲੋਕਾਂ ਦਾ ਭਾਰ ਚੁੱਕਣਾ ਚਾਹੁੰਦਾ ਸੀ। ਯਾਨੀ ਆਲਰੇਡੀ ਦੁੱਖ 'ਚ ਹੈ, ਜਿਸ ਦੇ ਜਵਾਨ ਪੁੱਤਰ ਸ਼ਹੀਦ ਹੋਏ, ਉਹਦੇ ਪਿਓ ਨੂੰ ਹੀ ਪਤਾ ਹੁੰਦਾ ਕਿ ਕਿੰਨਾ ਦੁੱਖ ਹੈ, ਅਤੇ ਫਿਰ ਵੀ ਉਹ ਦੂਜਿਆਂ ਦੀ ਖੁਸ਼ੀ, ਦੂਜਿਆਂ ਦੀ ਛੁੱਟੀ ਬਾਰੇ ਸੋਚ ਰਿਹਾ। ਸੋ ਇਹ ਸੀਗਾ ਚੈਪਟਰ ਕੁਲਵੰਤ ਸਿੰਘ ਵਿਰਕ ਦਾ ਧਰਤੀ ਹੇਠਲਾ ਬਲਦ। ਕੌਣ ਮੇਨ ਕਰੈਕਟਰ ਹੈ? ਮਾਨ ਸਿੰਘ, ਕਰਮ ਸਿੰਘ, ਜਸਵੰਤ ਸਿੰਘ, ਬਾਪੂ ਜੀ ਅਤੇ ਇੱਕ ਹੋਰ ਉਹਦਾ ਭਰਾ ਹੈ ਜਿਸ ਦਾ ਨਾਮ ਹੈ ਜਸਵੰਤ ਸਿੰਘ। ਇਹ 4-5 ਮੇਨ ਕਰੈਕਟਰਸ ਨੇ, ਬਟ ਮੇਨ ਕਰੈਕਟਰ ਜਿਹੜਾ ਹੈ, ਮੁੱਖ ਪਾਤਰ, ਉਹ ਹੈ ਸਾਡਾ ਮਾਨ ਸਿੰਘ। ਕਰਮ ਸਿੰਘ ਵੀ ਹੈ ਜੋ ਕਿ ਸ਼ਹੀਦ ਹੋ ਚੁੱਕਿਆ ਹੈ। ਸੋ ਜੇ ਵੀਡੀਓ ਚੰਗੀ ਲੱਗੀ ਤੇ ਮੈਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ। ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਤਦ ਤੱਕ ਲਈ ਧੰਨਵਾਦ।